ਬੱਚਿਓ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਮੈਂ ਜਮਾਤ 7ਵੀਂ ਦਾ ਨਵਾਂ ਪਾਠ ਅਨਾਜ ਦੀ ਸੰਭਾਲ ਪਾਠ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ। ਇਸ ਪਾਠ ਨੂੰ ਸੁਣਨ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦਾ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਹਰ ਪਾਠ ਅਤੇ ਉਸ ਦੇ ਪ੍ਰਸ਼ਨ ਉੱਤਰਾਂ ਦੀ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਅਤੇ ਸਮੇਂ ਸਿਰ ਤੁਸੀਂ ਉਸ ਦਾ ਕੰਮ ਕਰ ਸਕੋ। ਬੱਚੋ, ਅਨਾਜ ਦੀ ਸੰਭਾਲ ਸਿਰਫ ਕਿਸਾਨੀ ਪਰਿਵਾਰਾਂ ਨੂੰ ਹੀ ਨਹੀਂ, ਹਰ ਪਰਿਵਾਰ ਨੂੰ ਅਨਾਜ ਦੀ ਸੰਭਾਲ ਦੀ ਲੋੜ ਪੈਂਦੀ, ਇਸ ਲਈ ਇਹ ਪਾਠ ਬਹੁਤ ਅਹਿਮ ਹੈ। ਇਸ ਨੂੰ ਧਿਆਨ ਨਾਲ ਸੁਣਨਾ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ। ਭਾਰਤ ਵਿੱਚ ਅਨਾਜ ਦੀ ਪੈਦਾਵਾਰ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਹੋ ਗਈ ਹੈ। ਹਰੀ ਕ੍ਰਾਂਤੀ ਤੋਂ ਬਾਅਦ ਪੈਦਾਵਾਰ ਅਨਾਜ ਦੀ ਬਹੁਤ ਵੱਧ ਗਈ ਹੈ। ਆਤਮ ਨਿਰਭਰ ਬਣ ਗਿਆ ਸਾਡਾ ਦੇਸ਼। ਹੁਣ ਬਾਹਰੋਂ ਸਮਾਨ ਨਹੀਂ ਮੰਗਵਾਉਣਾ ਪੈਂਦਾ ਅਨਾਜ ਦਾ। ਇਸ ਦੀ ਯੋਗ ਸੰਭਾਲ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਅਨਾਜ ਕਿਸਾਨਾਂ ਦੁਆਰਾ ਬਹੁਤ ਹੀ ਮਿਹਨਤ ਨਾਲ ਪੈਦਾ ਕੀਤਾ ਜਾਂਦਾ ਹੈ। ਅਨਾਜ ਨੂੰ ਘਰੇਲੂ ਪੱਧਰ 'ਤੇ ਖਾਣ ਵਾਸਤੇ, ਡੰਗਰਾਂ ਦੀ ਖੁਰਾਕ ਵਾਸਤੇ, ਬੀਜ ਵਾਸਤੇ ਅਤੇ ਬਾਅਦ ਵਿੱਚ ਵੇਚ ਕੇ ਜ਼ਿਆਦਾ ਮੁਨਾਫਾ ਕਮਾਉਣ ਲਈ ਸਟੋਰ ਕੀਤਾ ਜਾਂਦਾ ਹੈ। ਸਰਕਾਰੀ ਪੱਧਰ 'ਤੇ ਅਨਾਜ ਨੂੰ ਕਿਸੇ ਅਣਸੁਖਾਵੀਂ ਸਥਿਤੀ ਆਦਿ ਨਾਲ ਨਜਿੱਠਣ ਲਈ ਅਤੇ ਦੂਸਰੇ ਦੇਸ਼ਾਂ ਨਾਲ ਇਸ ਦਾ ਆਦਾਨ ਪ੍ਰਦਾਨ ਕਰਨ ਲਈ ਸਟੋਰ ਕੀਤਾ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਫਸਲ ਦੀ ਕਟਾਈ ਤੋਂ ਲੈ ਕੇ ਦਾਣੇ ਦੀ ਖਪਤ ਤੱਕ ਤਕਰੀਬਨ 10% ਨੁਕਸਾਨ ਹੋ ਜਾਂਦਾ ਹੈ। ਜੇ ਆਪਾਂ ਦਾਣੇ ਦੀ ਨੁਕਸਾਨ ਦਾ ਵੇਖਦੇ ਹਾਂ ਤਾਂ 10% ਨੁਕਸਾਨ ਹੋ ਜਾਂਦਾ ਹੈ। ਇਹ ਨੁਕਸਾਨ ਫਸਲ ਦੀ ਕਟਾਈ, ਗਹਾਈ, ਢੋਆ ਢੁਆਈ ਦੌਰਾਨ ਅਤੇ ਸਟੋਰਾਂ ਵਿੱਚ ਹੁੰਦਾ ਹੈ। ਇਸ ਦੇ ਲਈ ਮੁੱਖ ਤੌਰ 'ਤੇ ਕੀੜੇ, ਚੂਹੇ ਅਤੇ ਪੰਛੀ ਆਦਿ ਜ਼ਿੰਮੇਵਾਰ ਹੁੰਦੇ ਹਨ। ਅਨਾਜ ਦੇ ਖਰਾਬ ਹੋਣ ਨਾਲ ਇਸ ਦੇ ਖੁਰਾਕੀ ਤੱਤ ਘੱਟ ਜਾਂਦੇ ਹਨ ਅਤੇ ਇਸ ਦੇ ਸਵਾਦ ਵਿੱਚ ਵੀ ਫਰਕ ਪੈ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦਾ ਅਨਾਜ ਖਾਣ ਯੋਗ ਵੀ ਨਹੀਂ ਰਹਿੰਦਾ। ਹਾਨੀਕਾਰਕ ਕੀੜੇ ਕਿਹੜੇ ਨੇ? ਕੀੜੇ ਆਮ ਤੌਰ 'ਤੇ ਸਟੋਰ ਦੀਆਂ ਕੰਧਾਂ, ਫਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿੱਚੋਂ ਨਿਕਲ ਆਉਂਦੇ ਹਨ। ਇਸੇ ਤਰ੍ਹਾਂ ਪੁਰਾਣੀਆਂ ਬੋਰੀਆਂ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਵੀ ਕੀੜਿਆਂ ਨੂੰ ਸੱਦਾ ਦੇਣਾ ਹੈ। ਕੀੜੇ ਲੱਗੇ ਪੁਰਾਣੇ ਅਨਾਜ ਤੋਂ ਵੀ ਨਵੇਂ ਅਨਾਜ ਨੂੰ ਕੀੜਾ ਲੱਗ ਜਾਂਦਾ ਹੈ। ਭੰਡਾਰ ਕੀਤੇ ਦਾਣਿਆਂ ਉੱਪਰ ਲਗਭਗ 20 ਕਿਸਮ ਦੇ ਕੀੜੇ ਆਉਂਦੇ ਹਨ। ਇਹਨਾਂ ਵਿੱਚੋਂ ਖੋਪਰਾ, ਸੁਸਰੀ, ਦਾਣਿਆਂ ਦੀ ਘੁੰਨ, ਦਾਣਿਆਂ ਦਾ ਪਤੰਗਾ ਅਤੇ ਚੌਲਾਂ ਦਾ ਪਤੰਗਾ ਆਦਿ ਆਮ ਕਰਕੇ ਕਣਕ, ਚੌਲਾਂ, ਜੌਂ, ਮੱਕੀ ਆਦਿ ਦਾ ਬਹੁਤ ਹੀ ਨੁਕਸਾਨ ਕਰਦੇ ਹਨ। ਢੋਰਾ ਮੋਟੇ ਤੌਰ 'ਤੇ ਛੋਲੇ, ਮੂੰਗੀ ਅਤੇ ਹੋਰ ਦਾਲਾਂ ਦਾ ਬਹੁਤ ਨੁਕਸਾਨ ਕਰਦਾ ਹੈ। ਪਤੰਗੇ। ਦਾਣਿਆਂ ਦਾ ਐਗੋਬਸ ਨਾਂ ਦਾ ਪਤੰਗਾ ਖੇਤਾਂ ਵਿੱਚ ਹੀ ਸਿੱਟਿਆਂ ਉੱਪਰ ਅੰਡੇ ਦੇ ਦਿੰਦਾ ਹੈ। ਜਦੋਂ ਇਹ ਦਾਣੇ ਕੱਢ ਕੇ ਸਟੋਰਾਂ ਵਿੱਚ ਲੈ ਜਾਂਦੇ ਹਨ ਤਾਂ ਸਟੋਰ ਵਿੱਚ ਵੀ ਇਸ ਦਾ ਵਾਧਾ ਹੋਣ ਲੱਗ ਪੈਂਦਾ ਹੈ। ਪਤੰਗਾਂ ਦੀਆਂ ਸੁੰਡੀਆਂ ਅੰਦਰੋਂ ਦਾਣੇ ਨੂੰ ਖਾ ਕੇ ਖੋਖਲਾ ਕਰ ਦਿੰਦੀਆਂ ਹਨ। ਅਜਿਹੇ ਦਾਣੇ ਵਿੱਚ ਆਮ ਕਰਕੇ ਛੋਟੀ ਮੋਗੇ ਨਜ਼ਰ ਆਉਂਦੇ ਹਨ। ਛੋਟੇ ਮੋਰੇ ਨਜ਼ਰ ਆਉਂਦੇ ਹਨ। ਸਟੋਰਾਂ ਵਿੱਚ ਪਤੰਗ ਉੜਦੇ ਫਿਰਦੇ ਨਜ਼ਰ ਆਉਂਦੇ ਹਨ। ਇਹ ਕੀੜਿਆਂ ਦਾਣਿਆਂ ਦੀ ਉੱਪਰਲੀ ਤਹਿ ਉੱਪਰ ਹੀ ਅੰਡੇ ਦਿੰਦਾ ਹੈ। ਸੁਸਰੀਆਂ, ਵਿਵਲ ਜਿਹਨੂੰ ਕਹਿੰਦੇ, ਇਹਨਾਂ ਵਿੱਚੋਂ ਚੌਲਾਂ ਦੀ ਸੁਸਰੀ ਮਹੱਤਵਪੂਰਨ ਹੈ। ਇਹ ਦਾਣੇ ਅੰਦਰ ਆਂਡੇ ਦਿੰਦੀ ਹੈ। ਸੁੰਡੀ ਅੰਦਰੋਂ ਦਾਣੇ ਖਾਂਦੀ ਹੈ ਅਤੇ ਉਸ ਤੋਂ ਬਾਅਦ ਦਾਣੇ ਵਿੱਚ ਹੀ ਪਿਊਪੇ ਵਿੱਚ ਬਦਲ ਜਾਂਦੀ ਹੈ ਅਤੇ ਸੁਸਰੀ ਬਣ ਕੇ ਬਾਹਰ ਆ ਜਾਂਦੀ ਹੈ। ਇਹ ਕੀੜਾ ਸੁੰਡੀ ਅਤੇ ਜਵਾਨ ਕੀੜੇ ਦੀ ਅਵਸਥਾ ਵਿੱਚ ਫਸਲ ਦਾ ਨੁਕਸਾਨ ਕਰਦਾ ਹੈ। ਇਹਨਾਂ ਦੇ ਹਮਲੇ ਕਾਰਨ ਦਾਣੇ ਦਾ ਸਿਰਫ ਛਿੱਲੜ ਹੀ ਬਚਦਾ ਹੈ, ਬਾਕੀ ਸਾਰਾ ਦਾਣਾ ਇਹ ਕੀੜਾ ਖਾ ਜਾਂਦਾ ਹੈ। ਭੂੰਡੀਆਂ। ਖਪਰਾ ਭੂੰਡੀ ਸਟੋਰਾਂ 'ਚ ਨੁਕਸਾਨ ਕਰਨ ਵਾਲਾ ਮੁੱਖ ਕੀੜਾ ਹੈ। ਭੂੰਡੀਆਂ ਉੱਪਰ ਬਹੁਤ ਜ਼ਿਆਦਾ ਪੀਲੇ ਵਾਲਾ ਹੁੰਦਾ ਹੈ, ਪੀਲੇ ਵਾਲ ਹੁੰਦੇ ਹਨ। ਇਹ ਆਮ ਕਰਕੇ ਸਟੋਰਾਂ ਦੀਆਂ ਝੀਥਾਂ ਵਿੱਚ ਰਹਿੰਦੇ ਹਨ। ਇਸ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਆਮ ਕਰਕੇ ਦਾਣੇ ਦਾ ਭਰੂਣ ਖਾਂਦਾ ਹੈ ਅਤੇ ਆਮ ਦੰਦਾਂ ਵਾਲੀ ਦਾਣੇ ਦੀ ਭੂੰਡੀ ਆਦਿ ਦਾਣਿਆਂ ਵਿੱਚ ਗਰਮੀ ਪੈਦਾ ਕਰਦੀ ਹਨ ਅਤੇ ਆਪਣੇ ਮਲ ਤਿਆਗ ਨਾਲ ਦਾਣਿਆਂ ਨੂੰ ਖਰਾਬ ਕਰ ਦਿੰਦੀਆਂ ਹਨ। ਦੰਦਾਂ ਦੀ ਭੂੰਡੀ ਭੰਡਾਰ ਕੀਤੀ ਕਣਕ ਦੇ ਆਉਂਦੀ ਹੈ, ਜਦੋਂ ਕਿ ਆਟੇ ਦੀ ਲਾਲ ਭੂੰਡੀ ਆਮ ਕਰਕੇ ਸਟੋਰ ਕੀਤੇ ਆਟੇ ਵਿੱਚ ਪੈ ਜਾਂਦੀ ਹੈ। ਢੋਰਾ। ਇਹ ਸਟੋਰ ਕੀਤੀਆਂ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹਨਾਂ ਦਾ ਹਮਲਾ ਪਛਾਣਨ ਲਈ ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਦਿਖਾਈ ਦਿੰਦੇ ਹਨ ਜੋ ਕਿ ਇਹਨਾਂ ਦੇ ਅੰਡੇ ਹੁੰਦੇ ਹਨ। ਢੋਰਿਆਂ ਵਿੱਚੋਂ ਮੂੰਗੀ ਅਤੇ ਛੋਲਿਆਂ ਦਾ ਢੋਰਾ ਮੁੱਖ ਕੀੜੇ ਹਨ। ਫਿਰ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਦੀ ਵਿਧੀ।
ਜਿਨਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਰੋਕਥਾਮ ਇੱਕ ਮਹੱਤਵਪੂਰਨ ਮਸਲਾ ਹੈ। ਸਾਨੂੰ ਅਨਾਜ ਵਿੱਚ ਆਤਮ ਨਿਰਭਰ ਰਹਿਣ ਲਈ ਦਾਣਿਆਂ ਨੂੰ ਅਜਿਹੇ ਦੁਸ਼ਮਣਾਂ ਤੋਂ ਬਚਾਉਣਾ ਦੀ ਲੋੜ ਹੈ। ਦਾਣੇ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲੈਣੇ ਚਾਹੀਦੇ ਹਨ। ਚੌਲਾਂ ਵਿੱਚ 12 ਤੋਂ 13%, ਮੂੰਗਫਲੀ ਵਿੱਚ 10%, ਸੂਰਜਮੁਖੀ ਅਤੇ ਤੋਰੀਏ ਵਿੱਚ 9 ਤੋਂ 10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਵੱਧ ਨਮੀ ਤੋਂ ਇਲਾਵਾ ਵੱਧ ਤਾਪਮਾਨ 'ਤੇ ਵੀ ਕੀੜੇ ਵੱਧਦੇ ਹਨ। ਜਦੋਂ ਸਟੋਰ ਦਾ ਤਾਪਮਾਨ 65 ਡਿਗਰੀ ਫਾਰਨਹੀਟ ਤੋਂ ਘੱਟ ਜਾਂਦਾ ਹੈ, ਕੀੜੇ ਤਕਰੀਬਨ ਅੰਡੇ ਦੇਣੇ ਬੰਦ ਕਰ ਦਿੰਦੇ ਹਨ। 35 ਫਾਰਨਹਾਈਟ ਤੱਕ ਤਾਪਮਾਨ ਘਟਣ ਦੇ ਬਾਅਦ ਬਹੁਤ ਸਾਰੇ ਕੀੜੇ ਮਰ ਵੀ ਜਾਂਦੇ ਹਨ। ਸਟੋਰਾਂ ਵਿੱਚ ਟੁੱਟ ਭੱਜ ਵਾਲੇ ਦਾਣੇ ਸਟੋਰ ਨਹੀਂ ਕੀਤੇ ਜਾਣੇ ਚਾਹੀਦੇ, ਕਿਉਂਕਿ ਅਜਿਹੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ। ਫਿਰ ਅਨਾਜ ਸਟੋਰ ਕਰਨ ਦੇ ਢੰਗ ਕੀ ਹੋਣੇ ਚਾਹੀਦੇ? ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ ਅਨਾਜ ਨੂੰ ਠੀਕ ਢੰਗ ਨਾਲ ਸਟੋਰ ਕਰਨਾ ਚਾਹੀਦਾ ਹੈ। ਸਟੋਰ ਲਈ ਵਰਤੇ ਜਾਣ ਵਾਲੇ ਢੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਪਹਿਲੋਂ ਘਰੇਲੂ ਅਨਾਜ ਭੰਡਾਰਨ, ਜਿਹੜਾ ਆਪਾਂ ਆਮ ਘਰਾਂ 'ਚ ਅਨਾਜ ਸਟੋਰ ਕਰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ? ਢੋਲ। ਘਰਾਂ ਵਿੱਚ ਅਨਾਜ ਦੇ ਭੰਡਾਰਨ ਲਈ ਵੱਖ-ਵੱਖ ਸਮਰੱਥਾ ਵਾਲੇ ਲੋਹੇ ਦੇ ਚਾਦਰ ਦੇ ਬਣੇ ਢੋਲ ਬਾਜ਼ਾਰ ਵਿੱਚੋਂ ਮਿਲ ਜਾਂਦੇ ਹਨ। ਇਹਨਾਂ ਵਿੱਚ ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ, ਚੂਹੇ ਆਦਿ ਦਾਖਲ ਨਹੀਂ ਹੋ ਸਕਦੇ ਅਤੇ ਅਨਾਜ ਦੇ ਅੰਦਰ ਰਹਿ ਕੇ ਕੀਟਾਂ ਨੂੰ ਵਧਣ ਫੁੱਲਣ ਲਈ ਯੋਗ ਵਾਤਾਵਰਨ ਨਹੀਂ ਮਿਲਦਾ। ਇਹ ਸਸਤੇ ਪੈਂਦੇ ਹਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲਿਜਾਏ ਜਾ ਸਕਦੇ ਹਨ। ਢੋਲਾਂ ਵਿੱਚ ਦਾਣੇ ਸਾਂਭਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਹ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲਏ ਜਾਣ, ਤਾਂ ਕਿ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ ਖੂੰਹਦ ਬਿਲਕੁਲ ਨਾ ਰਹੇ। ਢੱਕਣ ਚੰਗੀ ਤਰ੍ਹਾਂ ਕੱਸ ਕੇ ਲਾਓ। ਟੁੱਟੇ ਭੱਜੇ ਦਾਣੇ ਵੱਖ ਕਰ ਲਓ। ਨਵੇਂ ਦਾਣਿਆਂ ਨੂੰ ਪੁਰਾਣੇ ਦਾਣੇ ਵਿੱਚ ਨਾ ਮਿਲਾਓ। ਦਾਣੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਫਿਰ ਠੰਡੇ ਕਰਕੇ ਢੋਲਾਂ ਵਿੱਚ ਪਾਓ। ਦਾਣਿਆਂ ਵਿੱਚ 9% ਤੋਂ ਜ਼ਿਆਦਾ ਸਿਲ ਨਹੀਂ ਹੋਣੀ ਚਾਹੀਦੀ। ਫਿਰ ਅਨਾਜ ਭੰਡਾਰਨ ਲਈ ਪੱਕੀ ਕੋਠੀ, ਜੇ ਆਪਾਂ ਵੱਡੇ ਲੈਵਲ 'ਤੇ ਸਟੋਰ ਕਰਨਾ ਅਨਾਜ, ਫਿਰ ਉਹਦੇ ਲਈ ਪੱਕੀ ਕੋਠੀ ਵੀ ਬਣਾਈ ਜਾ ਸਕਦੀ। ਕਈ ਕਿਸਾਨ ਦਾਣੇ ਭੰਡਾਰ ਕਰਨ ਲਈ ਪੱਕੀ ਕੋਠੀ ਬਣਾਉਂਦੇ ਹਨ। ਇਸ ਤਰ੍ਹਾਂ ਦੀ ਕੋਠੀ ਬਣਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਯਾਦ ਰੱਖੋ। ਪਹਿਲਾਂ, ਦਾਣੇ ਭੰਡਾਰ ਕਰਨ ਵਾਲੀ ਕੋਠੀ ਦੀ ਕੰਧ ਕਮਰੇ ਦੀ ਕੰਧ ਤੋਂ 45 ਤੋਂ 60 ਸੈਂਟੀਮੀਟਰ ਦੂਰ ਹੋਣੀ ਚਾਹੀਦੀ ਹੈ। ਕੋਠੀ ਜ਼ਮੀਨ ਦੀ ਸਤ੍ਹਾ ਤੋਂ 30 ਤੋਂ 45 ਸੈਂਟੀਮੀਟਰ ਉੱਚੀ ਹੋਣੀ ਚਾਹੀਦੀ ਹੈ, ਤਾਂ ਜੋ ਕੋਠੀ ਵਿੱਚ ਨਮੀ ਨਾ ਜਾ ਸਕੇ। ਕੋਠੀ ਨੂੰ ਨਮੀ ਰਹਿਤ ਕਰਨ ਲਈ ਫਰਸ਼ ਤੇ ਕੰਧਾਂ ਉੱਪਰ ਮੋਮਜਾਮੇ ਦੀ ਸ਼ੀਟ ਲਗਵਾਉਣੀ ਚਾਹੀਦੀ ਹੈ। ਕੋਠੀ 'ਚ ਦਾਣੇ ਪਾਉਣ ਲਈ ਮੋਰੀ ਉੱਪਰ ਅਤੇ ਦਾਣੇ ਕੱਢਣ ਲਈ ਮੋਰੀ ਹੇਠਾਂ ਆਉਣੀ ਚਾਹੀਦੀ ਹੈ ਅਤੇ ਸਿਰਫ ਲੋੜ ਵੇਲੇ ਹੀ ਖੋਲ੍ਹਣੀਆਂ ਚਾਹੀਦੀਆਂ ਹਨ। ਕੋਠੇ ਸੁੱਕੇ ਅਤੇ ਸਾਫ਼ ਦਾਣੇ ਸਟੋਰ ਕਰੋ। ਦਾਣੇ ਸਟੋਰ ਕਰਨ ਵਾਲਾ ਕਮਰਾ। ਅੱਜ ਕੱਲ੍ਹ ਕਿਸਾਨ ਦਾਣੇ ਭੰਡਾਰ ਕਰਨ ਲਈ ਪੱਕੇ ਕਮਰੇ ਬਣਾਉਂਦੇ ਹਨ। ਭੰਡਾਰ ਕੀਤੇ ਦਾਣੇ ਮੰਡੀ 'ਚ ਜ਼ਿਆਦਾ ਭਾਅ ਮਿਲਣ 'ਤੇ ਵੇਚੇ ਜਾਂਦੇ ਹਨ। ਦਾਣੇ ਭੰਡਾਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ 75 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਿਆ ਹੁੰਦਾ ਹੈ। ਇੱਕ ਦਰਵਾਜ਼ਾ ਖੁੱਲ੍ਹਣ ਵਾਸਤੇ ਹੁੰਦਾ ਅਤੇ ਘੱਟ ਤੋਂ ਘੱਟ ਰੋਸ਼ਨਦਾਨ ਹੁੰਦੇ ਹਨ। ਕੰਧਾਂ ਆਦਿ ਸਾਫ਼ ਅਤੇ ਕਲੀ ਕੀਤੀਆਂ ਹੁੰਦੀਆਂ ਹਨ। ਇਹ ਕਮਰੇ ਦਾਣਿਆਂ ਨਾਲ ਭਰੀਆਂ ਬੋਰੀਆਂ ਦੀ ਧਾਰਾਂ ਲਗਾਉਣ ਲਈ ਵਰਤੇ ਜਾਂਦੇ ਹਨ। ਕਮਰਾ ਬਣਾਉਣ ਤੋਂ ਬਾਅਦ ਚੰਗੀ ਤਰ੍ਹਾਂ ਸੁੱਕ ਜਾਣ 'ਤੇ ਹੀ ਬੋਰੀਆਂ ਰੱਖਣੀਆਂ ਚਾਹੀਦੀਆਂ ਹਨ। ਬੋਰੀਆਂ ਕੰਧਾਂ ਤੋਂ 1.5 ਤੋਂ 2 ਫੁੱਟ ਦੂਰ ਰੱਖਣੀਆਂ ਚਾਹੀਦੀਆਂ ਹਨ। ਫਿਰ ਵਪਾਰਕ ਅਨਾਜ ਭੰਡਾਰਨ, ਜੇ ਵੇਚਣ ਵਾਸਤੇ ਜਾਂ ਵਪਾਰ ਕਰਨ ਵਾਸਤੇ ਅਨਾਜ ਭੰਡਾਰਨ ਕਰਨਾ, ਫਿਰ ਅਜਿਹੇ ਭੰਡਾਰ ਅੰਨ ਦੀ ਬਹੁਤਾਤ ਕਾਰਨ ਜ਼ਰੂਰੀ ਬਣ ਗਏ ਹਨ। ਭਾਰਤੀ ਗੋਦਾਮ ਨਿਗਮ ਦੇ ਪੰਜਾਬ ਵਿੱਚ ਅਜਿਹੇ ਅਨੇਕਾਂ ਸਟੋਰ ਬਣਾਏ ਗਏ ਹਨ। ਇਹ ਸਟੋਰ ਭੰਡਾਰ ਕਰਨ 3 ਕਿਸਮਾਂ ਦੇ ਹੁੰਦੇ ਹਨ। ਰਵਾਇਤੀ ਚੌੜੇ ਗੋਦਾਮ। ਅਜਿਹੇ ਗੋਦਾਮਾਂ ਵਿੱਚ ਦਾਣੇ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ। ਕਿਸੇ ਵੀ ਫਸਲ ਦੇ ਦਾਣੇ ਇਹਨਾਂ ਵਿੱਚ 1 ਤੋਂ 2 ਸਾਲ ਤੱਕ ਸਟੋਰ ਕੀਤੇ ਜਾ ਸਕਦੇ ਹਨ। ਇਸ ਲਈ ਦਾਣੇ ਦੀ ਨਮੀ 14 ਤੋਂ 15% ਤੋਂ ਵੱਧ ਨਾ ਹੋਵੇ। ਇਹਨਾਂ ਦਾ ਫਰਸ਼ ਉੱਚੀ ਅਤੇ ਨਮੀ ਰਹਿਤ ਹੁੰਦਾ ਹੈ ਅਤੇ ਚੂਹੇ ਅਤੇ ਪੰਛੀ ਇਸ ਦੇ ਅੰਦਰ ਨਹੀਂ ਆਉਂਦੇ। ਇਹ ਰੋਸ਼ਨੀਦਾਰ ਹੁੰਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿੱਚ ਹੁੰਦੇ ਹਨ। ਬੋਰੀਆਂ ਦੀ ਧਾਰਾਂ ਲੱਕੜੀ ਦੇ ਫਰੇਮ ਉੱਪਰ ਲੱਗੀਆਂ ਹੁੰਦੀਆਂ ਹਨ ਅਤੇ ਪਲਾਸਟਿਕ ਦੀ ਸ਼ੀਟ ਨਾਲ ਢੱਕੀਆਂ ਹੁੰਦੀਆਂ ਹਨ। ਸੈਲੋਜ ਗੋਦਾਮ। ਦਾਲਾਂ ਅਤੇ ਚੌਲਾਂ ਤੋਂ ਬਿਨਾਂ ਹਰ ਕਿਸਮ ਦੇ ਦਾਣੇ ਇਹਨਾਂ ਸਟੋਰਾਂ ਵਿੱਚ 5 ਸਾਲ ਤੱਕ ਰੱਖੇ ਜਾ ਸਕਦੇ ਹਨ। ਇਹਨਾਂ ਸਟੋਰਾਂ ਵਿੱਚ ਦਾਣੇ ਦੀ ਨਮੀ ਦਾ ਮਾਤਰਾ 10% ਹੋ ਸਕਦੀ ਹੈ। ਇਹ ਥਾਂ ਵੀ ਘੱਟ ਲੈਂਦੇ ਹਨ ਅਤੇ ਦਾਣੇ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ। ਇਹ ਸੈਲੋਜ ਸਿਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਹੇਠੋਂ ਹਾਪਰ
ਕੌਣ ਟਾਈਪ ਹੁੰਦੇ ਹਨ। ਇਹ ਆਮ ਕਰਕੇ ਲੋਹੇ ਅਤੇ ਕੰਕਰੀਟ ਦੇ ਬਣੇ ਹੁੰਦੇ ਹਨ। ਦਾਣੇ ਰੱਖਣ ਅਤੇ ਕੱਢਣ ਦਾ ਕੰਮ ਲੰਬੀਆਂ ਬੈਲਟਾਂ ਜਾਂ ਹੋਰ ਕਨਵੇਅਰਾਂ ਰਾਹੀਂ ਹੁੰਦਾ ਹੈ। ਇਹਨਾਂ ਸਟੋਰਾਂ ਵਿੱਚ ਦਾਣਿਆਂ ਦੀ ਸਫਾਈ ਹੁੰਦੀ ਹੈ। ਭਾਰਤ ਵਿੱਚ ਮਿਲਣ ਵਾਲੇ ਸੈਲੋ ਸਿਲੰਡਰ ਦੀ ਉਚਾਈ 30 ਤੋਂ 50 ਮੀਟਰ ਅਤੇ ਘੇਰਾ 6 ਤੋਂ 10 ਮੀਟਰ ਹੁੰਦਾ ਹੈ। ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਹੁੰਦੀ ਹੈ। ਫਿਰ ਟੋਪੀ ਗੋਦਾਮ, ਇਹ ਖੁੱਲ੍ਹੇ ਮੈਦਾਨ ਵਿੱਚ ਦਾਣੇ ਰੱਖਣ ਦਾ ਤਰੀਕਾ ਹੈ। ਇਸ ਦਾ ਆਕਾਰ 9.5 ਗੁਣਾ 6.1 ਮੀਟਰ ਹੁੰਦਾ ਹੈ। ਬੋਰੀਆਂ 6-6 ਕਤਾਰਾਂ ਵਿੱਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ। ਇੱਕ ਗੋਦਾਮ ਵਿੱਚ ਕੁੱਲ 96 ਬੋਰੀਆਂ ਆਉਂਦੀਆਂ ਹਨ। ਬੋਰੀਆਂ ਮੋਟੀਆਂ ਮੋਮਜਾਮੇ ਦੀ ਚਾਦਰ ਨਾਲ ਢੱਕੀਆਂ ਹੁੰਦੀਆਂ ਹਨ। ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ ਤਦ ਮੋਮਜਾਮੇ ਦੀ ਚਾਦਰ ਉਤਾਰ ਦਿੱਤੀ ਜਾਂਦੀ ਹੈ। ਫਿਰ ਗੋਦਾਮ ਵਿੱਚ ਰੱਖੇ ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਜ਼ਰੂਰੀ ਨੁਕਤੇ। ਦਾਣੇ ਨੂੰ ਕੀੜਿਆਂ ਤੋਂ ਬਚਾਉਣ ਲਈ ਹੇਠ ਲਿਖੇ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਪਹਿਲਾ, ਨਵੇਂ ਦਾਣੇ ਸਾਫ਼ ਸੁਥਰੇ ਗੋਦਾਮਾਂ ਜਾਂ ਢੋਲਾਂ ਵਿੱਚ ਰੱਖੋ। ਅੱਗੇ ਗੋਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਸਭ ਚੰਗੀ ਤਰ੍ਹਾਂ ਬੰਦ ਕਰ ਦਿਓ, ਕਿਉਂਕਿ ਇਹ ਜਿਹੜੇ ਤਰੇੜਾਂ ਹੈ ਇਹੀ ਸਾਰਾ ਕੀੜਿਆਂ ਨੂੰ ਸੱਦਾ ਦਿੰਦੀਆਂ ਹਨ। ਅਨਾਜ ਨੂੰ ਭੰਡਾਰਨ ਕਰਨ ਲਈ ਸਿਰਫ ਨਵੀਆਂ ਬੋਰੀਆਂ ਹੀ ਵਰਤੋ। ਜੇਕਰ ਪੁਰਾਣੀ ਬੋਰੀਆਂ ਨੂੰ ਵਰਤਣਾ ਹੈ ਤਾਂ ਇਹਨਾਂ ਨੂੰ ਪਹਿਲਾਂ ਕੀਟਨਾਸ਼ਕ ਰਸਾਇਣ ਜਿਵੇਂ ਕਿ ਸੁਮੀਸੀਡਾਂ ਜਾਂ ਸਿੰਬੂਸ ਦੇ ਘੋਲ ਵਿੱਚ ਭਿਉਂ ਕੇ ਸੋਧ ਲਵੋ। ਬੋਰੀਆਂ ਨੂੰ ਛਾਵੇਂ ਸੁਕਾਓ ਅਤੇ ਫਿਰ ਦਾਣੇ ਭਰੋ। ਗੋਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਇਹਨਾਂ ਵਿੱਚ 100 ਮਿਲੀਲੀਟਰ ਮੈਲਾਥੀਅਨ 50 ਤਾਕਤ ਨੂੰ 10 ਲੀਟਰ ਦੇ ਘੋਲ ਕੇ ਛਿੜਕੋ। ਗੋਦਾਮਾਂ ਵਿੱਚ 25 ਐਲੂਮੀਨੀਅਮ ਫਾਸਫਾਈਡ ਦੀਆਂ ਗੋਲੀਆਂ ਪ੍ਰਤੀ ਘਨ ਮੀਟਰ ਦੇ ਹਿਸਾਬ ਨਾਲ ਸਟੋਰ ਵਿੱਚ ਰੱਖੋ ਅਤੇ 7 ਦਿਨਾਂ ਤੱਕ ਹਵਾ ਬੰਦ ਰੱਖੋ। ਅਗਰ ਦਾਣੇ ਵਿੱਚ ਨਮੀ 10 ਤੋਂ 12% ਤੋਂ ਵੱਧ ਨਹੀਂ ਹੋਣੀ ਚਾਹੀਦੀ। ਫਿਰ ਗੋਦਾਮ ਬਣਾਉਣ ਲਈ ਕਰਜ਼ਾ ਸਹੂਲਤਾਂ, ਜੇ ਤੁਸੀਂ ਗੋਦਾਮ ਬਣਾਉਣਾ ਚਾਹੁੰਦਾ ਸਰਕਾਰ ਉਹਦੇ ਲਈ ਕਰਜ਼ਾ ਦਿੰਦੀ, ਉਹ ਕਿੱਥੋਂ ਮਿਲ ਸਕਦਾ? ਅਨਾਜ ਭੰਡਾਰਨ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਗੋਦਾਮ ਬਣਾਉਣ ਵਾਸਤੇ ਕੌਮੀ ਬੈਂਕਾਂ, ਪੰਜਾਬ ਅਨੁਸੂਚਿਤ ਜਾਤੀਆਂ, ਭੌਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਪੰਜਾਬ ਵਿੱਤ ਕਾਰਪੋਰੇਸ਼ਨ ਆਦਿ ਸੰਸਥਾਵਾਂ ਕਰਜ਼ੇ ਦਿੰਦੀਆਂ ਹਨ। ਅਜੇ ਗੋਦਾਮ ਫੂਡ ਕਾਰਪੋਰੇਸ਼ਨ ਆਫ ਇੰਡੀਆ, ਪੰਜਾਬ ਫੂਡ ਸਪਲਾਈ ਵਿਭਾਗ, ਮਾਰਕਫੈਡ, ਪੰਜਾਬ ਅਤੇ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਨਾਲ ਇਕਰਾਰਨਾਮਾ ਕਰਕੇ ਲੰਬੇ ਸਮੇਂ ਵਾਸਤੇ ਕਿਰਾਏ 'ਤੇ ਦਿੱਤੇ ਜਾ ਸਕਦੇ ਹਨ। ਸੋ ਬੱਚੋ, ਐਸੀ ਤੁਹਾਡੇ ਅਨਾਜ ਦੇ ਭੰਡਾਰ ਕਰਨ ਦੇ ਤਰੀਕੇ। ਇਸ ਪਾਠ ਦੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਲਈ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰੋ ਅਤੇ ਇਸ ਦੇ ਬੈਲ ਆਈਕਨ ਬਟਨ ਦਬੋ ਤਾਂ ਜੋ ਜਿੱਦਾਂ ਹੀ ਅਸੀਂ ਪ੍ਰਸ਼ਨ ਉੱਤਰ ਅਪਲੋਡ ਕਰਾਂਗੇ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਪ੍ਰਾਪਤ ਹੋ ਜਾਏਗੀ। ਇਸ ਦੀ ਪਾਠ ਦੀ PDF ਵੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਲਿੰਕ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਨੂੰ ਪੜ੍ਹ ਵੀ ਸਕਦੇ ਹੋ ਦੁਬਾਰਾ ਫਿਰ ਤੁਸੀਂ। ਧੰਨਵਾਦ।